बगल च किताब ते हत्थ च मोबाइल। देखा केड़ी गेम खेड रहे हैं? ओए गेम नहीं, यूट्यूब चैनल दा मास्टर आर्ट ते अज शराबी दी फिल्म पाई जानी आ, ओदी उड़ीक है। गदरी जरनैल करतार सिंह सराबा। ओ पढ़दा पुढ़दा भी हुन्ना कि एवी चक्की फिरी जाना? पढ़ी दियां ने ਜਦੋਂ टाइम हुंदा। ओ पाती फिल्म ही उन्होंने। ओ नहीं, उसी उड़ीक कर रहे हैं। अच्छा, ਉਹ ਪਹਿਲਾਂ ਭਗਤ ਸਿੰਘ ਦੀ ਫਿਲਮ ਵੀ ਪਾਈ ਸੀ ਮਾਸਟਰ ਆਰਟ ਵਾਲਿਆਂ ਨੇ, ਦੇਖੀ ਹੋਊ? ਹਾਂ ਹਾਂ ਦੇਖੀ ਆ। ਉਹਨਾਂ ਨੇ ਤਾਂ ਪਾਈ ਹੋਣੀ ਫਿਲਮ ਕਿਉਂਕਿ ਭਗਤ ਸਿੰਘ ਦੀ ਮਸ਼ਹੂਰੀ ਆਪਣੇ ਲੋਕਾਂ 'ਚ ਜ਼ਿਆਦਾ ਹੈ। ਉਹ ਕਿਉਂਕਿ ਉਹ ਆਰਿਆ ਸਮਾਜੀ ਸੀ। ਕੱਲ ਬਿੱਟੂ ਦਾ ਚਾਚਾ ਦੱਸਦਾ ਸੀ। ਓਏ ਨਾ ਨਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਕਿਵੇਂ? ਕਦੇ ਕੋਈ ਇਨਸਾਨ ਆਪਣੇ ਧਰਮ ਯਾਦ ਕਰਕੇ ਲੋਕਾਂ 'ਚ ਮਸ਼ਹੂਰ ਨਹੀਂ ਹੁੰਦਾ, ਸਗੋਂ ਲੋਕਾਂ ਨਾਲ ਤਦ ਹੀ ਬਣਦਾ ਹੈ ਜੇ ਉਸਨੇ ਕੋਈ ਲੋਕਾਂ ਦੇ ਹਿੱਤ ਵਿੱਚ ਕੋਈ ਮਹਾਨ ਕੰਮ ਕੀਤਾ ਹੋਵੇ। ਅਰਜਨ ਸਿੰਘ ਵੀ ਵਧੀਆ ਬੰਦਾ ਸੀ, ਪਰ ਅਸੀਂ ਉਸਨੂੰ ਇਸ ਕਰਕੇ ਜਾਣਦੇ ਹਾਂ ਕਿ ਉਹ ਆਰਿਆ ਸਮਾਜੀ ਸੀ। ਸਗੋਂ ਇਸ ਕਰਕੇ ਜਾਣਦੇ ਹਾਂ ਕਿਉਂਕਿ ਉਹ ਭਗਤ ਸਿੰਘ ਦੇ ਦਾਦਾ ਜੀ ਸੀ। ਹਾਂ, ਗੱਲ ਤਾਂ ਸਹੀ ਹੈ ਤੇਰੀ। ਅਕਬਰ ਤੈਨੂੰ ਪਤਾ ਕਿ ਸਰਾਬੇ ਨੇ ਆਪਣੀ ਕਾਲਖੋਟੀ ਵਿੱਚ ਕੀ ਲਿਖਿਆ ਹੋਇਆ ਸੀ? ਨਾ। ਉਹਨੇ ਲਿਖਿਆ ਹੋਇਆ ਸੀ ਕਿ ਸ਼ਹੀदों का खून कभी खाली नहीं जाता। ਉਹਦੀ ਸਹਾਇਤਾ ਤੋਂ ਪ੍ਰੇਰਿਤ ਹੋ ਕੇ ਫਿਰ ਭਗਤ ਸਿੰਘ ਪੈਦਾ ਹੋਇਆ। ਭਗਤ ਸਿੰਘ ਦੀ ਸਹਾਇਤਾ ਤੋਂ ਪ੍ਰੇਰਿਤ ਹੋ ਕੇ ਊਧਮ ਸਿੰਘ ਨੇ ਆਪਣੇ ਲੋਕਾਂ ਲਈ ਫਾਂਸੀ ਦਾ ਰੱਸਾ ਚੁੰਮਿਆ। ਬਾਕੀ ਗੱਲਾਂ ਇੱਕ ਪਾਸੇ, ਕਿਤਾਬਾਂ ਬੜੀਆਂ ਪੜ੍ਹਦਾ ਤੂੰ। ਜਿਹੜੇ ਮਹਾਨ ਪੁਰਖਾਂ ਨੇ ਆਪਣੀ ਸਿੱਖਿਆ ਨਾਲ ਦੁਨੀਆ ਹਿਲਾ ਦਿੱਤੀ, ਉਹ ਸਾਰੇ ਇਹੀ ਕਰਦੇ ਸੀ। ਆ ਲੈ ਪਾਤੀ ਉਹਨਾਂ ਨੇ ਸ਼ਰਾਬੇ ਦੀ ਫਿਲਮ। गदरी जरनैल करतार सिंह सराबा। ਇਹ ਨਾਂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪਿਤਾ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸਰਾਭਾ ਵਿੱਚ ਹੋਇਆ। ਸਰਾਭੇ ਦੀ ਇੱਕ ਛੋਟੀ ਭੈਣ ਵੀ ਸੀ, ਉਸ ਦਾ ਨਾਂ ਸੀ ਧਨ ਕੌਰ। ਜਦ ਦੋਵੇਂ ਬੱਚਿਆਂ ਦੇ ਮਾਤਾ ਪਿਤਾ ਨਾ ਰਹੇ ਤਾਂ ਫਿਰ ਦੋਵੇਂ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਵਦਨ ਸਿੰਘ ਦੇ ਮੋਢਿਆਂ ਉੱਤੇ ਆ ਪਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। 8ਵੀਂ ਤੱਕ ਦੀ ਵਿੱਦਿਆ ਉਸਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। ਗੱਲਾਂ ਬਾਤਾਂ ਵਿੱਚ ਸਮਾਂ ਨਾ ਬਿਤਾਉਂਦੇ ਹੋਏ ਸਾਥੀਓ, ਆਓ ਆਪਾਂ ਬੱਚਿਆਂ ਤੇ ਜਵਾਨਾਂ ਦੁਆਰਾ ਦਿਨ ਰਾਤ ਇੱਕ ਕਰਕੇ ਕੀਤੀ ਹੋਈ ਅਣਥੱਕ ਮਿਹਨਤ ਦਾ ਨਮੂਨਾ ਦੇਖੀਏ।
ਉਹ ਹਾਂ ਬਈ, ਇੱਥੇ ਕੀ ਕਰਨ ਆਇਆ ਤੂੰ? ਮੈਂ ਇੱਥੇ ਪੜ੍ਹਨ ਵਾਸਤੇ ਆਇਆ। ਤੈਨੂੰ ਆਪਣੇ ਦੇਸ਼ ਹਿੰਦੁਸਤਾਨ ਵਿੱਚ ਪੜ੍ਹਨ ਵਾਸਤੇ ਕੋਈ ਜਗ੍ਹਾ ਹੀ ਨਹੀਂ ਮਿਲੀ? ਹਿੰਦੁਸਤਾਨ 'ਚ ਪੜ੍ਹਨ ਲਈ ਤਾਂ ਬੜੀਆਂ ਥਾਵਾਂ ਨੇ, ਪਰ ਮੈਂ ਚੰਗੀ ਵਿੱਦਿਆ ਹਾਸਲ ਕਰਨ ਲਈ ਇੱਥੇ ਪੜ੍ਹਨ ਆਇਆ। ਜੇ ਤੈਨੂੰ ਇੱਥੇ ਉਤਰ ਨਾ ਦਿੱਤਾ ਗਿਆ ਫੇਰ? ਇਹ ਤਾਂ ਬੜੀ ਬੇਇਨਸਾਫੀ ਵਾਲੀ ਗੱਲ ਹੋਣੀ ਹੈ। ਜੇਕਰ ਵਿਦਿਆਰਥੀਆਂ ਨੂੰ ਵੀ ਇਹੋ ਜਿਹੀਆਂ ਰੁਕਾਵਟਾਂ ਪਾਈਆਂ ਜਾਣ ਤਾਂ ਸੰਸਾਰ ਦੀ ਉન્નਤੀ ਕਿਵੇਂ ਹੋਊਗੀ? ਜੇਕਰ ਮੈਨੂੰ ਨਾ ਰੋਕਿਆ ਜਾਵੇ ਤਾਂ ਹੋ ਸਕਦਾ ਮੈਂ ਪੜ੍ਹ ਕੇ ਸੰਸਾਰ ਦੇ ਭਲੇ ਲਈ ਕੋਈ ਐਸਾ ਕੰਮ ਕਰਾਂ ਜਿਹੜਾ ਮੇਰੇ ਅਨਪੜ੍ਹ ਰਹਿਣ ਨਾਲ ਅਧੂਰਾ ਰਹਿ ਜਾਵੇ। ਇਸ ਤਰ੍ਹਾਂ ਸੰਸਾਰ ਨੂੰ ਭਾਰੀ ਘਾਟਾ ਪੈ ਸਕਦਾ। ਚੱਲ ਜਾ ਫਿਰ। ਤੇਰਾ ਨਾਂ ਕੀ ਹੈ? ਮੇਰਾ ਨਾਮ ਕਰਤਾਰ ਸਿੰਘ। ਹਿੰਦੁਸਤਾਨ ਵਿੱਚੋਂ ਕਿਹੜੀ ਥਾਂ ਤੋਂ ਆਇਆ? ਮੈਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬੇ ਤੋਂ ਆਇਆ। ਤੇਰਾ ਰਸਤੇ ਦਾ ਖਰਚਾ ਕਿਸਨੇ ਦਿੱਤਾ? ਮੇਰੇ ਦਾਦੇ ਬਦਨ ਸਿੰਘ ਨੇ। ਤੇਰੇ ਕੋਲ ਪੈਸਾ ਕਿੰਨਾ ਹੈ? ਲਗਭਗ $100। ਕੀ ਤੂੰ ਪਹਿਲਾਂ ਵੀ ਕਦੇ ਯੂਐਸ ਵਿੱਚ ਰਿਹਾ ਸੀ? ਨਹੀਂ। ਕੀ ਤੇਰਾ ਕੋਈ ਰਿਸ਼ਤੇਦਾਰ ਜਾਂ ਦੋਸਤ ਇੱਥੇ ਹੈਗਾ? ਨਹੀਂ। ਤੂੰ ਇੱਥੇ ਕੀ ਕਰਨ ਲਈ ਆਸ ਕਰਦਾ ਹੈ? ਮੈਂ ਇੱਥੇ ਪੜੂੰਗਾ। ਇੱਥੇ ਤੂੰ ਪੜ੍ਹੇਂਗਾ ਕਿੱਥੇ? ਬਰਕਲੇ ਦੀ ਯੂਨੀਵਰਸਿਟੀ ਵਿੱਚ। ਯੂਐਸ ਵਿੱਚ ਰਹਿੰਦੇ ਆ, ਤੇਰੀ ਮਦਦ ਕੌਣ ਕਰੂਗਾ? ਮੇਰਾ ਦਾਦਾ, ਉਹ ਮੈਨੂੰ ਪੈਸੇ ਭੇਜੇਗਾ। ਉਹਦਾ ਕੰਮ ਕਰ ਕੀ ਹੈ? ਉਹ ਕਿਸਾਨ ਹੈ, ਉਹਦੀ 300 ਏਕੜ ਜ਼ਮੀਨ ਹੈ। ਤੇਰਾ ਕੋਈ ਭਰਾ ਵੀ ਹੈ? ਨਹੀਂ, ਮੈਂ ਮਾਪਿਆਂ ਦਾ ਇਕਲੌਤਾ ਪੁੱਤਰ ਹਾਂ। ਤੂੰ ਆਪਣੇ ਦਾਦੇ ਨਾਲ ਕਿੰਨਾ ਸਮਾਂ ਰਿਹਾ? ਮੇਰੇ ਪਿਤਾ ਨੂੰ ਮਰਿਆ 11 ਕੁ ਸਾਲ ਹੋ ਗਏ। ਮੇਰੀ ਮਾਤਾ ਤਕਰੀਬਨ 4 ਕੁ ਸਾਲ ਪਹਿਲਾਂ ਗੁਜ਼ਰੀ ਸੀ। ਤੂੰ ਅੰਗਰੇਜ਼ੀ ਬੋਲਣੀ ਕਿੱਥੋਂ ਸਿੱਖੀ? ਲੁਧਿਆਣੇ ਜ਼ਿਲ੍ਹੇ ਦੇ ਮਿਸ਼ਨ ਹਾਈ ਸਕੂਲ ਵਿੱਚੋਂ। ਉੱਥੇ ਤੂੰ ਕਿੰਨਾ ਚਿਰ ਸਕੂਲ ਜਾਂਦਾ ਰਿਹਾ? ਲਗਭਗ 4 ਸਾਲ ਅਤੇ 5 ਸਾਲ ਮੈਂ ਆਪਣੇ ਪਿੰਡ ਵਾਲੇ ਸਕੂਲ ਵਿੱਚ ਸੀ। ਕੀ ਪੜ੍ਹਾਈ ਵਾਸਤੇ ਇੱਥੇ ਤੂੰ ਹੋਰ ਕੁਝ ਕਰਨ ਦਾ ਇਰਾਦਾ ਰੱਖਦਾ? ਨਹੀਂ, ਮੇਰਾ ਦਾਦਾ ਮੈਨੂੰ ਹਰ ਮਹੀਨੇ ਪੈਸੇ ਭੇਜੇਗਾ। ਕਿੰਨੀ ਰਾਸ਼ੀ? ਲਗਭਗ $40 ਇੱਕ ਮਹੀਨੇ ਦੇ। ਬਰਕਲੇ 'ਚ ਤੇਰਾ ਪਤਾ ਕੀ ਹੋਊ? ਅਜੇ ਮੈਂ ਕੁਝ ਦੱਸ ਨਹੀਂ ਸਕਦਾ। ਕੀ ਤੂੰ ਇਸ ਦੇਸ਼ ਵਿੱਚ ਕੰਮ ਕਰੇਗਾ? ਨਹੀਂ। ਤੂੰ ਯੂਐਸਏ ਵਿੱਚ ਕਿੰਨਾ ਸਮਾਂ ਰੁਕੇਗਾ? ਤਕਰੀਬਨ 5 ਸਾਲ। ਯੂਨੀਵਰਸਿਟੀ ਵਿੱਚ ਕਿਹੜਾ ਵਿਸ਼ਾ ਲਏਗਾ? ਇਲੈਕਟ੍ਰੀਕਲ ਇੰਜੀਨੀਅਰਿੰਗ। ਯਾਰ, ਇੱਕ ਮਹੀਨਾ ਰਹਿਣ ਲਈ $40 ਬਹੁਤ ਥੋੜੀ ਰਕਮ ਹੈ। ਤੇਰਾ ਕਿਵੇਂ ਗੁਜ਼ਾਰਾ ਹੋਊ? ਮੈਂ $40 ਤੋਂ ਜ਼ਿਆਦਾ ਲੈ ਸਕਦਾ ਹਾਂ। ਲੋੜ ਪੈਣ ਤੇ ਤੇਰਾ ਦਾਦਾ ਤੈਨੂੰ ਜ਼ਿਆਦਾ ਪੈਸਾ ਭੇਜ ਸਕਦਾ? ਹਾਂ।
ਹਾਂ ਵੀ ਜਵਾਨ, ਕਿਵੇਂ ਦਾ ਅੱਜ ਬੈਠਾ? ਮੈਂ ਇੰਡੀਆ ਤੋਂ ਅੱਜ ਹੀ ਇੱਥੇ ਆਇਆ ਤੇ ਆਉਂਦੇ ਸਾਰ ਮੈਥੋਂ ਬਹੁਤ ਪੁੱਛ ਪੜਤਾਲ ਕੀਤੀ ਗਈ। ਅੱਛਾ, ਕੀ ਪੁੱਛੇਗਾ ਤੁਹਾਡੇ ਤੋਂ? ਜਦੋਂ ਮੈਂ ਜਹਾਜ਼ 'ਚ ਉਤਰਿਆ ਇੰਨੀ ਪੁੱਛ ਪੜਤਾਲ, ਇੰਨੀ ਸਿਰਫ ਮੇਰੇ ਤੋਂ ਹੀ ਕਿਉਂ ਪੁੱਛਿਆ ਗਿਆ? ਸ਼ੁਕਰ ਮਨਾਓ, ਸੋ ਤੋਂ ਇਕੱਲਾ ਪੁੱਛ ਪੜਤਾਲ ਹੀ ਕੀਤੀ ਗਈ ਹੈ। ਤੁਹਾਡੇ ਵਾਸਤੇ ਇਹੀ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਇੱਥੋਂ ਵਾਪਸ ਨਹੀਂ ਭੇਜਿਆ ਗਿਆ। ਤੁਹਾਡਾ ਇੱਥੇ ਅਮਰੀਕਾ ਦੀ ਧਰਤੀ 'ਤੇ ਪੈਰ ਪਾਉਣੀ ਬਹੁਤ ਵੱਡੀ ਪ੍ਰਾਪਤੀ ਹੈ। ਐਵੇਂ ਕਿਉਂ? ਜਰਾ ਮੈਨੂੰ ਖੁੱਲ੍ਹ ਕੇ ਦੱਸੋ। ਕਿਉਂਕਿ ਤੂੰ ਇੱਕ ਗੁਲਾਮ ਦੇਸ਼ ਦਾ ਵਾਸੀ ਹੈ ਤੇ ਤੂੰ ਗੋਰਿਆਂ ਤੋਂ ਆਪਦੀ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦਾ? ਅਮਰੀਕਾ ਵਿੱਚ ਆਪਣੀ ਇੱਜ਼ਤ ਦੀ ਉਮੀਦ ਨਾ ਹੀ ਕਰੋ ਤਾਂ ਚੰਗਾ ਹੈ। ਅੱਛਾ, ਹੁਣ ਮੈਨੂੰ ਸਮਝ ਆਈ ਵੀ ਬਾਕੀ ਸਾਰਿਆਂ ਨੂੰ ਛੱਡ ਕੇ ਇਕੱਲਾ ਹਿੰਦੁਸਤਾਨੀਆਂ ਨਾਲ ਹੀ ਕਿਉਂ ਦੁਰਵਿਵਹਾਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਹਿੰਦੁਸਤਾਨ ਤੋਂ ਨੌਜਵਾਨਾਂ ਨੂੰ ਵਜ਼ੀਫੇ ਦੇ ਕੇ ਇੱਥੇ ਅਮਰੀਕਾ ਦੇ ਵਿੱਚ ਪੜ੍ਹਨ ਵਾਸਤੇ ਬੁਲਾ ਰਹੇ ਹਾਂ, ਬਿਨਾਂ ਕਿਸੇ ਧਰਮ ਜਾਤ ਦੇ ਵਿਤਕਰੇ ਤੋਂ। ਕਿਉਂਕਿ ਸਾਡਾ ਮੰਨਣਾ ਹੈ ਕਿ ਜੇ ਉੱਥੋਂ ਦੇ ਨੌਜਵਾਨ ਪੜ੍ਹੇ ਲਿਖੇ ਹੋਣਗੇ ਤਾਂ ਹੀ ਉਹ ਆਪਣੇ ਦੇਸ਼ ਦਾ ਭਲਾ ਕਰ ਸਕਣਗੇ। ਮੇਰੀ ਇੱਕ ਸਲਾਹ ਹੈ ਜਵਾਲਾ ਸਿੰਘ ਜੀ। ਹਾਂਜੀ ਹਾਂ, ਬੋਲੋ। ਵਿਦਿਆਰਥੀਆਂ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੀਦਾ ਹੈ। ਸਹੀ ਗੱਲ ਹੈ ਜੀ। ਸਵੇਰੇ ਸ਼ਾਮ ਵਿਦਿਆਰਥੀਆਂ ਨੂੰ ਭਜਨ ਕੀਰਤਨ ਵੀ ਕਰਨਾ ਚਾਹੀਦਾ। ਨਹੀਂ, ਮੈਂ ਕਦੇ ਨਹੀਂ ਚਾਹੂੰਗਾ ਕਿ ਵਿਦਿਆਰਥੀ ਆਪਣਾ ਕੀਮਤੀ ਸਮਾਂ ਅਜਿਹੇ ਕੰਮਾਂ ਵਿੱਚ ਬਰਬਾਦ ਕਰਨ। ਸਗੋਂ ਆਪਣੇ ਅਤੇ ਆਪਣੇ ਦੇਸ਼ ਦੇ ਭਲੇ ਲਈ ਉਹਨਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣਾ ਸਮਾਂ ਵਿੱਦਿਆ ਅਤੇ ਅਭਿਆਸ ਵਿੱਚ ਹੀ ਬਿਤਾਉਣ। ਮਤਲਬ ਤੁਸੀਂ ਤਾਂ ਮੁੰਡਿਆਂ ਨੂੰ ਧਰਮ ਕਰਮ ਤੋਂ ਦੂਰ ਕਰਕੇ ਰਾਜੀ ਹੋ। ਮੈਂ ਰੋਟੀ ਦਾ ਟੁਕੜਾ ਦੇ ਕੇ ਮੁੰਡਿਆਂ ਨੂੰ ਧਰਮ ਸਿਖਾਉਣ ਨਹੀਂ ਬੈਠਾ। ਧਰਮ ਕਰਮ ਕਰਨਾ ਜਾਂ ਨਾ ਕਰਨਾ ਮੁੰਡਿਆਂ ਦੀ ਆਪਣੀ ਮਰਜ਼ੀ ਹੈ। ਤਾਂਹੀਓ ਤਾਂ ਤੁਹਾਨੂੰ ਲੋਕਾਂ ਧਰਮੀ ਆਖਦੇ ਨੇ। ਤੁਹਾਡੀਆਂ ਇਹਨਾਂ ਗੱਲਾਂ ਕਰਕੇ ਤੁਹਾਨੂੰ ਪੰਥ ਚੋਂ ਸੇਕਿਆ ਗਿਆ। ਤੁਹਾਡੇ 2-4 ਬੰਦਿਆਂ ਦੇ ਪੰਥ ਨੂੰ ਮੈਂ ਪਹਿਲਾਂ ਹੀ ਛੇਕਿਆ ਹੋਇਆ।
ਆਪਣਾ ਸਭ ਤੋਂ ਵੱਡਾ ਦੁਸ਼ਮਣ ਅੰਗਰੇਜ਼ੀ ਸਾਮਰਾਜ ਹੈ। ਸਾਨੂੰ ਆਪਣੇ ਫਰਜ਼ ਨੂੰ ਸਮਝਦਿਆਂ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਨੂੰ ਭਾਰਤ ਵਿੱਚੋਂ ਉਖਾੜ ਦੇਣਾ ਚਾਹੀਦਾ ਹੈ। ਇਸ ਤੋਂ ਵੱਧ ਕੇ ਨਾ ਤਾਂ ਕੋਈ ਹੋਰ ਪੜ੍ਹਾਈ ਹੋ ਸਕਦੀ ਹੈ ਤੇ ਨਾ ਹੀ ਜ਼ਿੰਦਗੀ ਦੀ ਕੋਈ ਹੋਰ ਪ੍ਰਾਪਤੀ। ਆਪਣੇ ਆਪ ਨੂੰ ਮਹਾਨ ਦੇਸ਼ ਭਗਤ ਤੇ ਨਿਧੜਕ ਲੜਾਕੂ ਵਾਂਗ ਤਿਆਰ ਕਰੋ। ਤੁਹਾਡੇ ਰਸਤੇ ਵਿੱਚ ਮੁਸ਼ਕਲਾਂ ਵੀ ਆਉਣਗੀਆਂ। ਤੁਸੀਂ ਆਪਣੇ ਇਸ ਕ੍ਰਾਂਤੀਕਾਰੀ ਕਾਰਜ ਲਈ ਮਰ ਵੀ ਸਕਦੇ ਹੋ। ਐਕਸਕਿਊਜ਼ ਮੀ ਸਰ। ਸਰ ਮਾਪੇ ਮੈਨੂੰ ਇੰਜੀਨੀਅਰ ਬਣਾਉਣ ਦਾ ਸੁਪਨਾ ਦੇਖਦੇ ਨੇ ਤੇ ਸਰ ਤੁਸੀਂ ਡਾਕਟਰ, ਇੰਜੀਨੀਅਰ ਜਾਂ ਕਲੈਕਟਰ ਤਾਂ ਕੋਈ ਵੀ ਬਣ ਸਕਦਾ ਹੈ, ਪਰ ਅੱਜ ਭਾਰਤ ਨੂੰ ਆਜ਼ਾਦੀ ਲਈ ਬਹਾਦਰ ਯੋਧਿਆਂ ਦੀ ਲੋੜ ਹੈ। ਬਰਤਾਨਵੀ ਹਕੂਮਤ ਦੇ ਗੁਲਾਮ ਬਣੇ ਰਹਿਣ ਨਾਲੋਂ ਆਜ਼ਾਦੀ ਖਾਤਰ ਆਈ ਮੌਤ 100 ਗੁਣਾ ਚੰਗੀ ਹੈ।
ਤੁਸੀਂ ਦੋਨੇ ਅੰਦਰ ਜਾਓ, ਮੈਂ ਇੱਥੇ ਖੜਦਾ। ਚਲੋ ਚਲਾ ਜਾਓਗੇ। ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਬੋਲ ਮਾਰ ਦਿਓ। ਠੀਕ ਆ ਠੀਕ ਆ। ਕੌਣ ਆ ਵੀ ਤੂੰ? ਕੌਣ ਹੈ ਸਾਡੇ ਘਰੇ ਆ? ਉਹ ਮਾਤਾ ਸਾਨੂੰ ਆਪਦਾ ਕੰਮ ਕਰਨ ਦੇ। ਲਿਆਉਣੀ ਬੁਲਾ ਕੇ ਕਿਸੇ ਨੂੰ। ਛੱਡ ਕੁੱਤਿਆ ਮੈਨੂੰ, ਛੱਡ ਕਮੀਨਿਆ, ਛੱਡ ਦੇ ਕੁੱਤਿਆ। ਛੱਡ ਮੇਰੀ ਧੀ ਨੂੰ ਕਮੀਨਿਆ, ਛੱਡ ਮੇਰੀ ਧੀ ਨੂੰ। ਓਏ ਤੇਰਾ ਦਿਮਾਗ ਖਰਾਬ ਹੋਇਆ? ਇਹ ਕੀ ਕਰ ਰਿਹਾ ਤੂੰ? ਉਹ ਕੁਛ ਨਹੀਂ। ਉਹ ਤੂੰ ਬੰਦਾ ਬਣ ਕੇ ਹੱਥ ਛੱਡ ਦੇ ਕੁੜੀ ਦਾ। ਉਹ ਤੂੰ ਜਾ ਯਾਰ, ਕੰਮ ਕਰ ਆਪਦਾ ਤੇ ਮੈਨੂੰ ਆਪਣਾ ਕੰਮ ਕਰਨ ਦੇ। ਤੈਨੂੰ ਮੈਂ ਕਿਹਾ ਨਾ ਇੱਕ ਵਾਰੀ, ਹੱਥ ਛੱਡ ਕੁੜੀ ਦਾ। ਉਹ ਮੈਂ ਜੋ ਮਰਜ਼ੀ ਕਰਾਂ, ਤੈਨੂੰ ਵਿੱਚ ਆਉਣ ਦੀ ਲੋੜ ਨਹੀਂ। ਉਹ ਖੜ ਜਾਓ, ਤੈਨੂੰ ਮੈਂ ਦੇਖਦਾ ਵੱਡੇ ਬਦਮਾਸ਼ ਨੂੰ। ਕਰਤਾਰੇ ਤੂੰ ਠੀਕ ਨਹੀਂ ਕਰ ਰਿਹਾ। ਚੱਲ ਮਾਫੀ ਮੰਗ ਕੁੜੀ ਨੂੰ। ਜੇ ਚੰਗੀ ਚਾਹੁੰਦਾ ਤਾਂ ਮਾਫੀ ਮੰਗ ਕੁੜੀ ਤੋਂ। ਓਏ ਜੇ ਆਪੇ ਇਹ ਕੰਮ ਕਰਨ ਲੱਗ ਗਏ ਤਾਂ ਆਪਣੇ ਤੇ ਭਰੋਸਾ ਕੌਣ ਕਰੂ? ਤੇ ਹੁਣ ਚੱਕ ਸਮਾਨ ਤੇ ਚੱਲ ਇੱਥੋਂ। ਤੂੰ ਡਰਕ ਲੁਟੇਰਾ ਤਾਂ ਨਹੀਂ ਲੱਗਦਾ। ਕਿਹੜੀਆਂ ਮਜਬੂਰੀਆਂ ਨੇ ਧੱਕਿਆ ਤੈਨੂੰ ਇਸ ਪਾਸੇ? ਅਸੀਂ ਮਜਬੂਰ ਹਾਂ ਮਾਤਾ, ਸਾਨੂੰ ਹਥਿਆਰ ਚਾਹੀਦੇ ਨੇ ਸਾਡੇ ਦੇਸ਼ੋਂ ਅੰਗਰੇਜ਼ਾਂ ਨੂੰ ਕੱਢਣ ਲਈ। ਸਾਡੇ ਲੋਕਾਂ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਲਈ। ਪਰ ਸਾਡੇ ਹੀ ਲੋਕ ਸਾਨੂੰ ਸਮਝ ਹੀ ਨਹੀਂ ਰਹੇ। ਮਾਤਾ ਸਾਨੂੰ ਹਥਿਆਰ ਖਰੀਦਣ ਲਈ ਪੈਸਾ ਚਾਹੀਦਾ ਹੈ। ਸੁਲ੍ਹਾ ਸਮਝੌਤੇ ਨਾਲ ਲੋਕ ਸਾਥ ਨਹੀਂ ਦੇ ਰਹੇ, ਇਸ ਲਈ ਅਸੀਂ ਡਾਕੇ ਮਾਰਨ ਲਈ ਮਜਬੂਰ ਹਾਂ। ਜੀ ਸਦਕੇ ਖਰੀਦ ਪੁੱਤਰ ਹਥਿਆਰ, ਲੈ ਜਾ ਜੋ ਲੈ ਜਾਣਾ। ਪਰ ਮੇਰੀ ਧੀ ਦਾ ਵਿਆਹ ਰੱਖਿਆ ਹੋਇਆ ਹੈ, ਇਹਦੇ ਜੋਗਾ ਸਮਾਨ ਛੱਡ ਜੋ, ਬਾਕੀ ਲੈ ਜਾਓ। ਠੀਕ ਹੈ ਮਾਤਾ, ਕੱਢ ਲੈ ਜਿੰਨੀ ਲੋੜ ਹੈ।
ਚੱਲ ਠੀਕ ਆ ਮਾਤਾ। ਉਹ ਇਹਨੂੰ ਪੁੱਛਦਾ ਲੈ ਜਾ ਕਿੱਥੇ ਰਹੇ ਆਪਾਂ। ਕਿੱਥੇ ਜਾ ਰਹੇ ਆ? ਮੇਰਾ ਇੱਕ ਮਿੱਤਰ ਹੁੰਦਾ ਸੀ, ਉਹ ਪੁਲਿਸ ਦਾ ਸਿਪਾਹੀ ਹੁੰਦਾ ਸੀ। ਜਦੋਂ ਮੈਨੂੰ ਮਿਲਿਆ ਉਹਨੇ ਮੈਨੂੰ ਵਾਅਦਾ ਕੀਤਾ ਸੀ ਕਿ ਜੇ ਕਦੇ ਆਪਾਂ ਨੂੰ ਹਥਿਆਰਾਂ ਦੀ ਲੋੜ ਪਈ ਤਾਂ ਉਹ ਆਪਣੇ ਲਈ ਆਸੇ ਦਾ ਪ੍ਰਬੰਧ ਕਰ ਦੇਵੇਗਾ। ਬਸ ਆਹ ਗੱਲ ਹੈ। ਤੇ ਅੱਜ ਮੈਂ ਸੋਚਿਆ ਵੀ ਚੱਲ ਉਹਦੇ ਕੋਲੇ ਚੱਲਦੇ ਆਂ ਤੇ ਸ਼ਾਇਦ ਅੱਜ ਆਪਣਾ ਕੰਮ ਬਣ ਵੀ ਜਾਵੇ। ਆਹੀ ਘਰ ਹੈ ਉਹਦਾ? ਹਾਂ ਆਹੀ ਆ। ਘਰ ਤਾਂ ਚੰਗਾ ਲੱਗਦਾ ਉਹਦਾ? ਹਾਂ ਹਾਂ ਘਰ ਤਾਂ ਚੰਗਾ ਹੈ। ਤੁਸੀਂ ਇੱਥੇ ਖੜੋ, ਮੈਂ ਆਇਆ। ਰਜਿੰਦਰ, ਹੋਰ ਰਜਿੰਦਰ। ਹਾਂ ਵੀ ਕੌਣ? ਵਾਹ ਵੀ ਜਗਤ ਸਿਆਂ, ਕੀ ਹਾਲ ਆ? ਬੜੇ ਚਿਰਾਂ ਬਾਅਦ ਮਿਲਿਆ। ਹੋਰ ਠੀਕ ਠਾਕ? ਹਾਂ ਹਾਂ ਵਧੀਆ। ਆਏ ਅੰਦਰ ਚੱਲੀ। ਰਾਬਿਆ, ਪ੍ਰਣਾਮ। ਆਜੋ। ਚਲੋ ਆਜੋ। आओ बैठो। और भी मुंडे ठीक हो? हाँ हाँ ठीक है। की लाओगे? लस्सी दुध या कुछ होर? सो मुंडे की लाओगे? चल आए कर फिर दुध ले। एक मिनट मैं लेके आना। ਤੈਨੂੰ ਇੱਕ ਗੱਲ ਕਹਾਂ? हाँ दस। ਮੈਨੂੰ ਇਹ ਬੰਦੇ ਦੀ ਅੱਖ ਠੀਕ ਨਹੀਂ ਲੱਗੀ, ਕਿਤੇ ਆਪਾਂ ਨੂੰ ਫਸਾ ਹੀ ਨਾ ਦੇਵੇ। नहीं नहीं यार, अपना पुराना मित्र है, ऐसे जी कोई गल नहीं। जगत्या। हाँ आई एक मिनट पूरा। आ गया। आ दुध चक ला। एक मिनट गल सुनी। हाँ ਉਹ ਨਾਲ ਕੌਣ ਨੇ ਤੇਰੇ? ਉਹਦਾ ਦੋਸਤ ਨੇ ਆਪਣੇ। ਚੱਲ ਠੀਕ ਆ। ਆ ਲਓ ਵੀ ਦੁੱਧ, ਦੇਖ ਕੇ ਗਰਮਾ। ਜਗਤ ਬੈਠ ਜਰਾ। ਤੁਸੀਂ ਨਹੀਂ ਪੀਣਾ ਦੁੱਧ? ਨਹੀਂ ਨਹੀਂ ਹੁਣੇ ਪੀ ਕੇ ਹਟਿਆ। ਹੋਰ ਸੁਣਾਓ ਕੋਈ ਨਵੀਂ ਤਾਜੀ? ਕੀ ਚੱਲਦਾ ਅੱਜ ਕੱਲ? ਉਦੋਂ ਖੜਾ ਕਿਉਂ ਹੈ? ਆ ਬੈਠ ਯਾਰ। ਉਹ ਨਾ ਨਾ ਬੈਠ ਤੂੰ, ਮੈਂ ਤਾਂ ਇੱਧਰ ਬਹਿ ਜਾਣਾ। ਬਸ ਵਧੀਆ ਸਭ। ਹੋਰ ਫਿਰ ਕਿੱਥੇ ਰਹਿਣੋ ਅੱਜ ਕੱਲ? ਉਹ ਬਹੇਤੀ ਹੁੰਨੇ ਆ। ਆਪਣਾ ਮਿੱਤਰ ਹੈ ਇਹ ਪੁਰਾਣਾ। ਹੋਰ ਮੁੰਡਿਓ ਠੀਕ ਹੋ ਤੁਸੀਂ ਵੀ? ਮੈਂ ਗੱਲ ਨਹੀਂ ਕਰਦਾ ਹੁੰਦਾ ਸੀ ਜੀ ਦੀ। ਇਹ ਵੀ ਤੇਰੇ ਨਾਲ ਕੰਮ ਕਰਦੇ ਨੇ? ਹਾਂ ਬਸ ਕਾਫੀ ਟਾਈਮ ਤੋਂ ਇਕੱਠੀਆਂ ਸੀ। ਚਲੋ ਵਧੀਆ। ਹੋਰ ਵਧੀਆ ਚੱਲੀ ਜਾਂਦਾ? ਹਾਂ ਐਨ ਵਧੀਆ ਬਸ।
ਮਹਾਂ ਜੇ ਚੱਲ ਕੇ ਜੇ ਮਿੱਤਰ ਲਵੇ। ਨਾ ਵਧੀਆ ਹੋਇਆ, ਬਹੁਤ ਵਧੀਆ ਕਰਿਆ ਇਹ। ਹੋਰ ਤੂੰ ਸੁਣਾ ਕਿਵੇਂ ਰਹਿਣਾ? ਹਾਂ ਬਸ ਆਪਣਾ ਵੀ ਵਧੀਆ ਲੰਘੀ ਜਾਂਦਾ ਸਾਨੂੰ। ਉਹ ਕੀ ਹੋ ਗਿਆ ਤੈਨੂੰ? ਉਹ ਕੁਛ ਨਹੀਂ ਪੀਓ ਤੁਸੀਂ ਦੁੱਧ। ਪੀਓ ਛੇਤੀ। ਉਹ ਚੱਲ ਪੁੱਛੇ ਨੂੰ। ਉਹ ਪੁੱਛਦੇ ਆ ਉਹ ਚੱਲ ਹੁਣ। ਰਜਿੰਦਰ ਯਾਦ ਹੈ ਤੇ ਇੱਕ ਵਾਰੀ ਵਾਅਦਾ ਕੀਤਾ ਸੀ ਯਾਰ। ਕੀ ਕਿਹਾ ਸੀ ਮੈਂ? ਵੀ ਯਾਰ ਹਥਿਆਰਾਂ ਭੂਆਂ ਦੀ ਲੋੜ ਪਈ ਤਾਂ ਮੈਨੂੰ ਪਈ। ਨਾ ਯਾਰ ਤੈਨੂੰ ਕੋਈ ਭੁਲੇਖਾ ਲੱਗਿਆ। ਨਹੀਂ ਯਾਰ ਯਾਦ ਕਰ ਵੀਰੇ। ਨਾ ਯਾਰ ਮੈਂ ਤਾਂ ਨਹੀਂ ਕਿਹਾ ਤੈਨੂੰ। ਉਹ ਕੀ ਕਹਿੰਦਾ ਇਹ? ਰਜਿੰਦਰਾ ਤੇਰੀ ਚੰਗੀ ਗੱਲ ਨਹੀਂ ਹੈਗੀ। ਕੀ ਚੰਗੀ ਗੱਲ ਨਹੀਂ ਓਏ, ਸਾਹਮਣੇ ਦੇਖ। ਓਏ ਆਹ ਆ ਲੈ ਨਾਮ ਹੋ ਗਿਆ ਕੰਮ ਹੋ ਗਿਆ। ਜਿਹਦਾ ਸ਼ੱਕ ਸੀ। ਦਾਦਾ ਜੀ ਆਓ, ਦਾਦਾ ਜੀ ਪੈਰੀ ਪੈਣਾ। ਉਹ ਜਿਉਂਦਾ ਰਹਿ ਪੁੱਤਰਾ, ਜਵਾਨੀਆਂ ਮਾਣੇ। ਉਹ ਆ ਕੀ ਲਿਖ ਰੱਖਿਆ ਤੈਂ? ਉਹ ਕਰਤਾਰ ਸਿਆ, ਪਹਿਲਾਂ ਮੈਨੂੰ ਆਏ ਦੱਸ ਵੀ ਤੇਰੇ ਮਾਤਾ ਪਿਤਾ ਤਾਂ ਰੱਬ ਨੂੰ ਪਿਆਰੇ ਹੋ ਗਏ, ਤੇ ਮੈਂ ਕਦੇ ਤੈਨੂੰ ਉਹਨਾਂ ਦੀ ਕਮੀ ਮਹਿਸੂਸ ਹੋਣ ਦਿੱਤੀ ਹੈ? ਤੈਂ ਭਲਾ ਕਦੇ ਸਾਡੇ ਬਾਰੇ ਸੋਚਿਆ? ਮੇਰੇ ਬਾਰੇ, ਆਪਣੀ ਛੋਟੀ ਭੈਣ ਬਾਰੇ? ਹੁਣ ਬਾਪ ਤਾਂ ਤੇਰਾ ਰਿਹਾ ਨਾ, ਤੇ ਤੂੰ ਵੀ ਆ ਕਮੀ ਪੈ ਗਿਆ। ਹੁਣ ਮੇਰਾ ਭਲਾ ਬੁੱਢੜੇ ਦਾ ਸਹਾਰਾ ਕੌਣ ਹੈ? ਉਹ ਤਾਂ ਇਸ ਗੋਰੀ ਸਰਕਾਰ ਨਾਲ ਮੱਥਾ ਲਾ ਕੇ ਦੱਸ ਖੱਟਿਆ ਕੀ ਹੈ? ਤੈਨੂੰ ਇਹ ਲੋਕ ਦੇਣਗੇ ਕੀ? ਉਹ ਕੁਛ ਨਹੀਂ ਦੇਣਾ ਤੈਨੂੰ ਇਹਨਾਂ ਨੇ।
ਬਿਆਨ ਬਦਲ ਦੇ, ਇੱਥੋਂ ਛੁੱਟ ਜਾਏਗਾ। ਬਾਕੀ ਤੇਰੀ ਮਰਜ਼ੀ ਹੈ। ਦਾਦਾ ਜੀ ਬਘੇਲ ਸਿਉਂ ਦਾ ਕੀ ਹਾਲ ਹੈ? ਬਘੇਲ ਸਿੰਘ ਦਾ ਭਾਈ ਪਲੇਗ ਦੀ ਬਿਮਾਰੀ ਨਾਲ ਚੱਲ ਗਿਆ ਸੀ। ਤੇ ਹਰਨੇਕ ਸਿਉਂ ਦਾ? ਉਹਨੂੰ ਹੈਜਾ ਹੋ ਗਿਆ ਸੀ, ਦਿਨਾਂ 'ਚ ਹੀ ਉਹ ਚੱਲ ਗਿਆ। ਕਿ ਦਾਦਾ ਜੀ ਮੈਂ ਵੀ ਉਹਨਾਂ ਵਾਂਗੂ ਕਿਸੇ ਬਿਮਾਰੀ ਨਾਲ ਮਰ ਜਾਂਦਾ? ਭਲਾ ਮੈਂ ਕਿਹੜੀ ਗਿਣਤੀ 'ਚ ਆਉਂਦਾ? ਤੇ ਹੁਣ ਤਾਂ ਮੈਂ ਦੇਸ਼ ਲਈ ਕੁਝ ਕਰਕੇ ਫਾਹੇ ਟੰਗਿਆ ਜਾਣ ਲੱਗਿਆ। ਤਾਂ ਇਹ ਅਫਸੋਸ ਵਾਲੀ ਗੱਲ ਨਹੀਂ, ਤੁਹਾਡੇ ਲਈ ਮਾਣ ਵਾਲੀ ਗੱਲ ਹੈ। ਕਰਤਾਰ ਸਿੰਘ, ਤੂੰ ਅੰਗਰੇਜ਼ੀ ਹਕੂਮਤ ਨੂੰ ਹਿੰਦੁਸਤਾਨ ਵਿੱਚੋਂ ਕੱਢਣ ਦੀ ਸਾਜ਼ਿਸ਼ ਵਿੱਚ ਹਿੱਸਾ ਲਿਆ ਹੈ ਜਾਂ ਨਹੀਂ? ਮੈਂ ਹਿੱਸਾ ਹੀ ਨਹੀਂ ਲਿਆ। ਤੁਸੀਂ ਮੈਨੂੰ ਇਸ ਸਾਜ਼ਿਸ਼ ਦੀ ਜੜ ਵੀ ਕਹਿ ਸਕਦੇ ਹੋ। ਮੈਂ ਆਪਣੇ ਦੇਸ਼ੋਂ ਅੰਗਰੇਜ਼ਾਂ ਦਾ ਖੁਰਾ ਖੋਜ ਮਿਟਾਉਣ ਲਈ ਸਾਰੀ ਢੰਗ ਤਰੀਕੇ ਵਰਤੇ ਨੇ। ਅਖਬਾਰਾਂ, ਸ਼ਾਸਤਰਾਂ ਤੇ ਫੌਜਾਂ ਵਿੱਚ ਪ੍ਰਚਾਰ ਕਰਨਾ ਮੇਰਾ ਮੁੱਖ ਕੰਮ ਰਿਹਾ ਹੈ। ਕਰਤਾਰ ਸਿੰਘ, ਤੈਨੂੰ ਪਤਾ ਹੈ ਤੇਰਾ ਇਹ ਬਿਆਨ ਤੈਨੂੰ ਕਿੱਥੇ ਤੱਕ ਪਹੁੰਚਾ ਦੇਵੇਗਾ? ਉਹ ਮੈਨੂੰ ਆਪਣੀ ਹੋਣੀ ਦਾ ਪਤਾ ਹੈ। ਮੈਨੂੰ ਜਾਂ ਤਾਂ ਦੇਸ਼ ਨਿਕਾਲਾ ਮਿਲੂ ਜਾਂ ਫਾਂਸੀ ਉੱਤੇ ਲਟਕਾ ਦਿੱਤਾ ਜਾਊ। ਇਹ ਤੋਂ ਵੱਧ ਤੁਸੀਂ ਕਰ ਵੀ ਕੀ ਸਕਦੇ ਹੋ? ਤੇਰੀ ਛੋਟੀ ਉਮਰ ਦਾ ਲਿਹਾਜ਼ ਕਰਕੇ ਤੈਨੂੰ ਆਪਣੇ ਬਿਆਨ ਬਦਲਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ। ਕਰਤਾਰ ਸਿੰਘ, ਤੇਰੇ ਕੋਲ ਹੁਣ ਵੀ ਆਖਰੀ ਮੌਕਾ ਹੈ। ਆਪਣੇ ਬਿਆਨ ਬਦਲ ਦੇਵੇਂਗਾ ਤਾਂ ਤੈਨੂੰ ਛੱਡ ਦਿੱਤਾ ਜਾਵੇਗਾ। ਉਹ ਜੇ ਕੋਈ ਦੂਜਾ ਜਨਮ ਹੁੰਦਾ ਤਾਂ ਮੈਂ ਫਿਰ ਪੈਦਾ ਹੋ ਕੇ ਵੀ ਮਿਹਨਤਕਸ਼ ਲੋਕਾਂ ਦੀ ਆਜ਼ਾਦੀ ਲਈ ਲਟੇਰੀ ਹਕੂਮਤ ਨੂੰ ਟੱਕਰ ਦਿਆਂਗਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਿਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਤਰੋ ਯਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤਿਓਂ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ।
ਬਰਾਤ ਵੀ ਅਨੋਖੀ ਵੀਰਾ, ਵੈਰੀ ਨੇ ਬਰਾਤੀ ਹੋਏ ਤਿਆਰ, ਲਾੜੀ ਤੇਰੀ ਮੌਤ ਤੇ ਬਰਾਤ ਵੀ ਅਨੋਖੀ ਵੀਰਾ, ਵੈਰੀ ਨੇ ਬਰਾਤੀ ਹੋਏ ਤਿਆਰ, ਪਿੰਡ ਵਾਸੀਆਂ ਦੇ ਦਿਲਾਂ ਵਿੱਚ ਡਰ ਬੇਸ਼ੁਮਾਰ, ਪਿੰਡ ਵਾਸੀਆਂ ਦੇ ਦਿਲਾਂ ਵਿੱਚ ਡਰ ਘੋੜੀਆਂ ਸਿਗਾਉਣੀਆਂ ਮੈਂ, ਸ਼ਗਨ ਮਨਾਉਣੇ ਸੀ ਹਜ਼ਾਰ ਭੈਣ ਤਾਰੋ ਤਾਏ, ਭੁੱਲਣਾ ਨੀ ਤੇਰਾ ਕਦੇ ਪਿਆਰ ਭੈਣ ਤਾਰੋ ਤਾਏ, ਦੋਵੇਂ ਹੱਥ ਜੋੜ ਮੇਰੇ ਵੀਰੇ ਆਵੇ ਲੋਕਾਂ ਤਾਏ, ਦੋਵੇਂ ਹੱਥ ਜੋੜ ਮੇਰੇ ਵੀਰੇ ਆਵੇ ਲੋਕਾਂ ਤਾਏ, ਫਤਿਹ ਤੂੰ ਬੁਲਾਤੀ ਜਾਂਦੀ ਵਾਰ ਰੋਂਦਾ ਵੀਰ ਆਵੇ, ਸਾਰਾ ਭੁਲਾ ਪਿੰਡ ਪੁਬਾਮਾ, ਸਾਰਾ ਭੁਲਾ ਪਿੰਡ ਪੁਬਾਮਾ, ਸਾਰਾ ਭੁਲਾ ਪਿੰਡ ਪੁਬਾਮਾ। ਵਿੱਚ ਗੁਲਾਮੀ ਜਿਉਂਦੇ ਰਹਿਣਾ ਇਹ ਮਰਦਾਂ ਦੀ ਕਾਰ ਨਹੀਂ, ਐਸਾ ਫੇਰ ਤੁਸਾਂ ਨੂੰ ਮੁੜ ਕੇ ਆਉਣਾ ਹੱਥ ਸ਼ਿਕਾਰ ਨਹੀਂ, ਮਰਦ ਗਜਦੇ ਵਿੱਚ ਮੈਦਾਨੀ ਡੱਡੂ ਲੰਘਣ ਪਾਰ ਨਹੀਂ, ਜਾਨ ਪਿਆਰੀ ਕਰੋ ਨਾ ਸ਼ੇਰੋ ਇਸ ਦਾ ਕੁਝ ਇਤਬਾਰ ਨਹੀਂ।